ਜ਼ਿੰਦਗੀ ਦੇ ਵਿੱਚ ਸਫ਼ਰ ਕਰਨ ਦਾ ਹੌਸਲਾ ਕਿਸੇ ਵਿਰਲੇ ਇਨਸਾਨ ਵਿੱਚ ਹੀ ਹੁੰਦਾ ਹੈ। ਹੱਦਾਂ ਸਰਹੱਦਾਂ ਪਰਬਤਾਂ ਤੇ ਦਰਿਆਵਾਂ ਨੂੰ ਪਾਰ ਕਰਕੇ ਕਿਸੇ ਗੈਰ ਸੱਭਿਅਤਾ ਨੂੰ ਮਾਪਣਾ, ਉਸ ਬਾਰੇ ਜਾਣਨਾ ਤੇ ਉਸ ਨੂੰ ਆਪਣੇ ਅੰਦਰ ਢਾਲਣ ਦਾ ਜਜ਼ਬਾ ਕਿਸੇ ਬਹਾਦਰ ਇਨਸਾਨ 'ਚ ਹੀ ਹੁੰਦਾ ਹੈ। ਸਭ ਤੋਂ ਪਹਿਲਾ ਚੱਕਰ ਦਾ ਭਾਸ਼ਾ ਦਾ ਹੀ ਪੈ ਜਾਂਦਾ ਹੈ। ਇਸ ਤੋਂ ਵੀ ਜਿਹੜੀ ਮਹੱਤਵਪੂਰਨ ਗੱਲ ਆ ਉਹ ਇਹ ਆ ਕਿ ਜਦੋਂ ਇਨਸਾਨ ਧਰਤੀ ਤੇ ਸਫ਼ਰ ਕਰਦਾ ਹੈ ਤਾਂ ਉਹਦੇ ਕੋਲੇ ਸਭ ਤੋਂ ਵੱਧ ਅਨੁਭਵ ਹੁੰਦਾ ਹੈ ਇਨਸਾਨ ਦੀ ਪੈਦਾ ਕੀਤੀ ਹੋਈ ਸੱਭਿਅਤਾ ਤੇ ਇਨਸਾਨ ਦਾ ਸਿਰਜਿਆ ਹੋਇਆ ਜਿਹੜਾ ਸੱਭਿਆਚਾਰ ਆ। ਵਖਰੇਵਾਂ ਅਲੱਗ-ਅਲੱਗ ਹੋ ਸਕਦਾ। ਇਸੇ ਤਰ੍ਹਾਂ ਦਾ ਹੀ ਇੱਕ ਐਸਾ ਸ਼ਖਸ ਜਿਸ ਦੀ ਕਬਰ ਬਾਰੇ ਕੋਈ ਬਹੁਤਾ ਜਿਹੜਾ ਗਿਆਨ ਪ੍ਰਾਪਤ ਨਹੀਂ ਹੈਗਾ, ਪਰ ਉਸਨੇ ਲੱਖਾਂ ਕਿਲੋਮੀਟਰ ਦਾ ਜਿਹੜਾ ਸਫ਼ਰ ਆਪਦੀ ਜ਼ਿੰਦਗੀ ਦੇ ਵਿੱਚ ਜਿਹੜਾ ਸੀਗਾ ਤੈਅ ਕੀਤਾ। ਮੰਨਿਆ ਜਾਂਦਾ ਕਿ 1,64,000 ਤੋਂ ਵੀ ਵਧੇਰੇ ਦਾ ਸਫ਼ਰ ਸੀ ਜਿਹੜਾ ਉਸ ਇਨਸਾਨ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕੀਤਾ। ਸਾਰੀ ਜ਼ਿੰਦਗੀ ਤੁਰਦਾ ਰਿਹਾ ਉਹ ਇਨਸਾਨ, ਇੰਨਾ ਸਫ਼ਰ ਕੀਤਾ ਕਿ ਦੁਨੀਆ ਹੈਰਾਨ ਹੋ ਗਈ। ਉਸ ਇਨਸਾਨ ਦਾ ਨਾਮ ਹੈ ਇਬਨ ਬਤੂਤਾ। ਜੰਗਲ, ਪਰਬਤ, ਦर्रे, ਨਹਿਰਾਂ, ਕੱਚੇ ਰਾਸਤੇ, ਬੀੜਾਂ, ਪਹਾੜਾਂ ਦੇ ਵਿੱਚ ਦੀ ਗੁਜ਼ਰਦਾ ਹੋਇਆ ਇਨਸਾਨ ਭਾਰਤ ਦੇ ਰਾਹੀਂ ਪੂਰੀ ਧਰਤੀ ਦੇ ਪੂਰੇ ਗਲੋਬ ਦੇ ਚੱਕਰ ਕੱਢਣ ਦਾ ਸ਼ੌਕੀਨ ਇਨਸਾਨ ਸੀ ਇਬਨ ਬਤੂਤਾ। ਇੱਕ ਐਸਾ ਪੜ੍ਹਿਆ ਲਿਖਿਆ ਇਨਸਾਨ ਜਿਹਨੂੰ ਕਾਨੂੰਨ ਦੀ ਭਰਪੂਰ ਜਾਣਕਾਰੀ ਸੀ। ਅਸੀਂ ਗੱਲ ਕਰਾਂਗੇ ਇਬਨ ਬਤੂਤਾ ਬਾਰੇ। ਇਬਨ ਬਤੂਤਾ ਦਾ ਜਨਮ 25 ਫਰਵਰੀ ਸਨ 1304 ਨੂੰ ਆਧੁਨਿਕ ਮੋਰੋਕੋ ਦੇ ਹਿੱਸੇ ਟੈਂਜ਼ੀਅਰ ਵਿੱਚ ਹੋਇਆ। ਇਹ ਇਲਾਕਾ ਅਟਲਾਂਟਿਕ ਮਹਾਸਾਗਰ ਦੇ ਤੱਟ ਉੱਤੇ ਬੰਦਰਗਾਹ ਸ਼ਹਿਰ ਦੇ ਮੈਡੀਟੇਰੀਅਨ ਸਾਗਰ ਦੇ 45 ਮੀਲ ਪੱਛਮ ਵਿੱਚ ਹੈ। ਜਿਬਰਾਲਟਰ ਦੀ ਜ਼ੈਲਡਮਰੂ ਦੇ ਪੱਛਮੀ ਪਾਸੇ ਦੇ ਨੇੜੇ ਸਥਿਤ ਹੈ, ਜਿੱਥੇ ਅਫਰੀਕਾ ਅਤੇ ਯੂਰਪ ਲਗਭਗ ਟਕਰਾਉਂਦੇ ਹਨ। ਇਬਨ ਬਤੂਤਾ ਦੇ ਪਰਿਵਾਰ ਦੇ ਜਿਹੜੇ ਲੋਕ ਸਨ ਉਹ ਕਾਨੂੰਨੀ ਵਿਦਵਾਨ ਸਨ। ਉਹਨਾਂ ਦਾ ਪਾਲਣ ਪੋਸ਼ਣ, ਸਿੱਖਿਆ ਤੇ ਜਿਹੜਾ ਧਿਆਨ ਸੀ ਪੂਰੀ ਤਰ੍ਹਾਂ ਕੇਂਦਰਿਤ ਸੀ। ਹਾਲਾਂਕਿ ਟੈਂਗੀਅਰ ਵਿੱਚ ਕੋਈ ਮਦਰਸਾ ਜਾਂ ਉੱਚ ਸਿੱਖਿਆ ਕਾਲਜ ਨਹੀਂ ਸੀ। ਇਸ ਤਰ੍ਹਾਂ ਇਬਨ ਬਤੂਤਾ ਦੀ ਜਿਹੜੀ ਯਾਤਰਾ ਕਰਨ ਦੀ ਇੱਛਾ ਸੀ, ਅਸਲ ਵਿੱਚ ਉਹ ਕਿਤੇ ਬਾਹਰ ਇਲਾਕੇ ਵਿੱਚ ਜਿਹੜੀਆਂ ਲਾਇਬ੍ਰੇਰੀਆਂ ਸੀ, ਜਿਸ ਸਮੇਂ ਉਹ ਅਲੈਗਜ਼ੈਂਡਰੀਆ ਕਾਇਰਾ ਵਿੱਚ ਸਨ, ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਲਾਇਬ੍ਰੇਰੀਆਂ ਦੇ ਵਿੱਚ ਪੂਰੀ ਦੁਨੀਆ ਬਾਰੇ ਜਾਣ ਕੇ ਹੈਰਾਨ ਹੁੰਦਾ ਹੈ। 14 ਜੂਨ ਸਨ 1325 ਨੂੰ 21 ਸਾਲ ਦੀ ਉਮਰ ਵਿੱਚ ਇਬਨ ਬਤੂਤਾ ਨੇ ਟੈਂਗੀਅਰ ਤੋਂ ਇੱਕ ਗਧੇ ਤੇ ਸਵਾਰ ਹੋ ਕੇ ਮੱਕਾ ਦੀ ਯਾਤਰਾ ਦੀ ਸ਼ੁਰੂਆਤ ਕੀਤੀ। ਨੌਜਵਾਨ ਮਾਰਕ ਪੋਲੋ ਦੇ ਉਲਟ ਉਹ ਕਾਫੀ ਇਕੱਲਾ ਸੀ, ਜਿਵੇਂ ਕਿ ਇਬਨ ਬਤੂਤਾ ਦੇ ਟਰੈਵਲਜ਼ ਦੇ ਯਾਨੀ ਯਾਤਰਾ ਦੇ ਹਵਾਲੇ ਵਿੱਚ ਦੱਸਿਆ ਗਿਆ ਹੈ। ਇਬਨ ਬਤੂਤਾ ਆਖਦਾ ਕਿ ਮੈਂ ਇਕੱਲਾ ਹੀ ਨਹੀਂ ਨਿਕਲਿਆ, ਨਾ ਤਾਂ ਕੋਈ ਮੇਰਾ ਅਸਲ 'ਚ ਸਾਥੀ ਯਾਤਰੀ ਆ ਜਿਸ ਦੀ ਸੰਗਤ ਵਿੱਚ ਮੈਨੂੰ ਖੁਸ਼ੀ ਮਿਲੇ, ਨਾ ਉਹ ਕਾਫਲਾ ਜਿਸ ਦੀ ਪਾਰਟੀ ਵਿੱਚ ਮੈਂ ਸ਼ਾਮਲ ਹੋ ਸਕਾਂ। ਕਿਉਂਕਿ ਮੇਰੇ ਅੰਦਰ ਮੇਰਾ ਸਾਥੀ ਉਤਸ਼ਾਹ ਅਤੇ ਸ਼ਾਨਦਾਰ ਸਥਾਨਾਂ ਦੇ ਦਰਸ਼ਨ ਕਰਨ ਦੀ ਮੇਰੇ ਬੁੱਕਲ ਵਿੱਚ ਲੰਬੇ ਸਮੇਂ ਤੋਂ ਪਾਲੀ ਹੋਈ ਜਿਹੜੀ ਇੱਛਾ, ਉਹੀ ਮੇਰਾ ਸਾਥੀ ਹੈ। ਇਬਨ ਬਤੂਤਾ ਦਾ ਜਿਹੜਾ ਇਕਾਂਤਾ ਬਹੁਤਾ ਟਾਈਮ ਉਹ ਲੰਬਾ ਨਹੀਂ ਚੱਲਦਾ। ਇੱਕ ਸ਼ਹਿਰ ਦੇ ਗਵਰਨਰ ਨੇ ਉਸ ਨੂੰ ਸੋਨਾ ਅਤੇ 19 ਕੱਪੜੇ ਜਿਹੜੇ ਸੀਗੇ ਉਹ ਦਾਨ ਕਰ ਦਿੱਤੇ, ਕਿਉਂਕਿ ਇਸਲਾਮ ਦੇ ਵਿੱਚ ਦਾਨ ਕਰਨਾ ਇੱਕ ਥੰਮ ਮੰਨਿਆ ਜਾਂਦਾ ਹੈ। ਇਬਨ ਬਤੂਤਾ ਮਦਰਸਿਆਂ ਤੇ ਸੂਫੀ ਖਾਸ ਪਾਈਸਾਂ ਵਿੱਚ ਠਹਿਰੇ ਜਦੋਂ ਟਿਊਨਿਸ ਨੂੰ ਆਪਣਾ ਰਾਸਤਾ ਬਣਾਇਆ। ਇਬਨ ਬਤੂਤਾ ਘਰ ਛੱਡਣ ਤੋਂ 1 ਸਾਲ ਤੇ 4 ਮਹੀਨੇ ਬਾਅਦ ਅਕਤੂਬਰ 1326 ਦੇ ਅੱਧ ਵਿੱਚ ਮੱਕਾ ਵਿੱਚ ਦਾਖਲ ਹੋਇਆ। ਉਹ 1 ਮਹੀਨਾ ਉੱਥੇ ਰਿਹਾ ਅਤੇ ਸਾਰੇ ਰੀਤੀ ਰਿਵਾਜਾਂ ਤੇ ਤਜਰਬੇ ਜਿਹੜੇ ਸੀ ਉਹਨੇ ਸਾਰਿਆਂ ਨੂੰ ਉਹਨਾਂ ਨੂੰ ਸਿੱਖਿਆ ਅਤੇ ਇਸਲਾਮੀ ਦੇਸ਼ ਦੇ ਵੱਖ-ਵੱਖ ਲੋਕਾਂ ਨਾਲ ਉਹਨੇ ਗੱਲਬਾਤ ਕੀਤੀ। ਹਾਲਾਂਕਿ ਉਸ ਦੀਆਂ ਲਿਖਤਾਂ ਵਿੱਚ ਇਸ ਦੇ ਬਾਰੇ ਬਹੁਤੇ ਵੇਰਵੇ ਨਹੀਂ ਹਨ। ਇਸ ਤਜਰਬੇ ਲਈ ਕੀ ਅਰਥ ਸੀ ਅਤੇ ਇਹ ਖਤਮ ਹੋਣ ਤੋਂ ਬਾਅਦ ਉਹ ਘਰ ਵਾਪਸ ਜਾਣ ਦੀ ਬਜਾਏ ਬਗਦਾਦ ਵੱਲ ਨੂੰ ਚਾਲੇ ਪਾ ਦਿੰਦਾ ਹੈ। ਇਬਨ ਬਤੂਤਾ ਨੇ ਸਫ਼ਰ ਕਰਦਿਆਂ ਜਿਹੜਾ ਸਭ ਤੋਂ ਅਹਿਮ ਕਾਰਜ ਸੀ ਉਹਦਾ ਇਹ ਸੀ, ਉਸਨੇ ਅਧਿਐਨ ਕੀਤਾ ਤੇ ਪ੍ਰਾਰਥਨਾ ਵੀ ਕੀਤੀ। ਇੱਕ ਜਿਹੜੀ ਗੱਲ ਸੀ, ਉਹ ਆਪਣੇ ਕਾਨੂੰਨੀ ਪੇਸ਼ੇ ਦਾ ਅਭਿਆਸ ਹਰ ਮੁਲਕ ਦੇ ਵਿੱਚ ਕਰਦਾ ਸੀ। ਉਸਨੇ ਘੱਟੋ ਘੱਟ 10 ਵਾਰ ਵਿਆਹ ਕੀਤਾ ਅਤੇ ਸਾਰੇ ਆਫਰੋ ਯੂਰੇਸ਼ੀਆ ਵਿੱਚ ਵੱਡੇ ਹੋਣ ਵਾਲੇ ਬੱਚਿਆਂ ਨੂੰ ਵੀ ਉਹ ਛੱਡ ਦਿੰਦਾ ਸੀ। ਇਹਨਾਂ ਗਤੀਵਿਧੀਆਂ ਦੀਆਂ ਕੁਝ ਉਦਾਹਰਨਾਂ ਉਸਦੇ ਜੀਵਨ ਦੇ ਸਫ਼ਰ ਦੀ ਚੰਗੀ ਤਸਵੀਰ ਵੀ ਸ਼ਾਇਦ ਪੇਸ਼ ਕਰਦੀਆਂ ਸਨ। ਅਲੈਗਜ਼ੈਂਡਰੀਆ ਵਿੱਚ ਇਬਨ ਬਤੂਤਾ ਨੇ ਬੁਰਹਾਨ ਅਲ ਦੀਨ ਲੇਮ ਨਾਮਕ ਸਥਾਨ ਦੇ ਤੌਰ ਤੇ ਜਿਹੜੇ ਸਤਿਕਾਰੇ ਜਾਂਦੇ ਸੂਫੀ ਸੰਤ ਸੀ ਉਹਨਾਂ ਦੀ 3 ਦਿਨ ਜਿਹੜੀ ਮਹਿਮਾਨ ਨਵਾਜ਼ੀ ਕੀਤੀ। ਇਸ ਪਵਿੱਤਰ ਆਦਮੀ ਨੇ ਦੇਖਿਆ ਕਿ ਇਬਨ ਬਤੂਤਾ ਨੂੰ ਦੁਨੀਆ ਦਾ ਸਫ਼ਰ ਕਰਨ ਦਾ ਪੂਰਾ ਜਨੂਨ ਹੈ ਤੇ ਉਸ ਸੂਫੀ ਸੰਤ ਨੇ ਹੀ ਉਹਨਾਂ ਨੇ ਉਸ ਨੂੰ ਭਾਰਤ ਤੇ ਚੀਨ ਦੀ ਯਾਤਰਾ ਕਰਨ ਲਈ ਕਿਹਾ ਤੇ ਇਹ ਵੀ ਦੱਸਿਆ ਕਿ ਭਾਰਤ ਵਿੱਚ ਉਸ ਨੂੰ ਉੱਚ ਮੰਨੇ ਜਾਂਦੇ ਹਿੰਦੂ ਸੰਤ ਵੀ ਮਿਲਣਗੇ ਤੇ ਚੀਨ ਵਿੱਚ ਵੀ ਧਾਰਮਿਕ ਤੌਰ ਤੇ
ਅਭਿਆਨ ਕਰਨ ਦਾ ਤੇ ਉੱਥੋਂ ਸਿੱਖਣ ਦਾ ਉਸ ਨੂੰ ਉੱਚ ਦਰਜੇ ਦਾ ਅਭਿਆਸ ਪ੍ਰਾਪਤ ਹੋਵੇਗਾ। ਇਬਨ ਬਤੂਤਾ ਨੇ ਫਿਰ ਅਫਗਾਨਿਸਤਾਨ ਰਾਹੀਂ ਭਾਰਤ ਦੀ ਯਾਤਰਾ ਕਰਕੇ ਵੱਖ-ਵੱਖ ਭਵਿੱਖਬਾਣੀਆਂ ਨੂੰ ਵੀ ਪੂਰਾ ਕਰ ਦਿੱਤਾ, ਜਿਹੜੀਆਂ ਕਿ ਸੂਫੀ ਸੰਤ ਨੇ ਉਸ ਨੂੰ ਕਹੀਆਂ ਸਨ। ਜਿੱਥੇ ਉਸ ਨੂੰ ਕਈ ਉੱਚੇ ਰਾਹਾਂ ਵਿੱਚ ਵੱਡੇ-ਵੱਡੇ ਹਿੰਦੂ ਕੁਸ਼ ਪਹਾੜਾਂ ਨੂੰ ਪਾਰ ਕਰਨਾ ਪਿਆ, ਉਸ ਦੇ ਸਮੂਹ ਨੇ 13,000 ਫੁੱਟ ਯਾਨੀ ਕਿ 4,000 ਮੀਟਰ ਖਵਾਗਦਰੇ ਨੂੰ ਵੀ ਪਾਰ ਕੀਤਾ। ਜਦੋਂ ਭਾਰਤ ਵਿੱਚ ਪਹੁੰਚਦਾ ਹੈ ਤਾਂ ਉਹ ਸਾਰਾ ਦਿਨ ਸਫ਼ਰ ਕਰਦਾ ਹੈ, ਉਦੋਂ ਤੱਕ ਸਫ਼ਰ ਕਰਦਾ ਹੈ ਜਦੋਂ ਤੱਕ ਸੂਰਜ ਡੁੱਬ ਨਹੀਂ ਜਾਂਦਾ। ਉਸ ਸਮੇਂ ਇਬਨ ਬਤੂਤਾ ਨੇ ਭਾਰਤ ਦੇ ਮੁਸਲਿਮ ਬਾਦਸ਼ਾਹ ਮੁਹੰਮਦ ਤੁਗਲਕ ਤੋਂ ਕਈ ਅਧਿਕਾਰ ਮੰਗੇ ਤੇ ਮੁਹੰਮਦ ਤੁਗਲਕ ਉਸ ਦੀ ਸਿਆਣਪ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ। ਮੁਹੰਮਦ ਤੁਗਲਕ ਨੇ ਇਬਨ ਬਤੂਤਾ ਨੂੰ ਭਾਰਤ ਦੇ ਵਿੱਚ ਜਿਹੜੀ ਜੱਜ ਬਣਨ ਦੀ ਪੇਸ਼ਕਸ਼ ਕੀਤੀ। ਇਸੇ ਦੌਰਾਨ ਹੀ ਭਾਰਤ ਦੇ ਵਿੱਚ ਉਸ ਤੇ ਹਮਲਾ ਹੁੰਦਾ ਹੈ। 82 ਹਿੰਦੂ ਡਾਕੂਆਂ ਨੇ ਉਸ ਦੇ ਜਿਹੜੇ ਸੀ 22 ਦੇ ਲਗਭਗ ਸਮੂਹਾਂ ਉੱਤੇ ਹਮਲਾ ਕੀਤਾ। ਇਬਨ ਬਤੂਤਾ ਉਸ ਦੇ ਬੰਦਿਆਂ ਨੂੰ ਵੀ ਉਹਨਾਂ ਨੇ ਭਜਾ ਦਿੱਤਾ ਸੀ। ਇਸ ਸਮੇਂ ਬਹੁਤ ਕੁਝ ਹੋਇਆ। ਉਸ ਹਮਲੇ ਦੇ ਵਿੱਚ 13 ਚੋਰਾਂ ਨੂੰ ਵੀ ਮਾਰ ਦਿੱਤਾ ਗਿਆ। ਬਾਦਸ਼ਾਹ ਤੁਗਲਕ ਨੇ ਉਸ ਨੂੰ ਦਿੱਲੀ ਦਾ ਜਿਹੜਾ ਜੱਜ ਸੀ ਉਹ ਨਿਯੁਕਤ ਕੀਤਾ, ਪਰ ਇਬਨ ਬਤੂਤਾ ਅਦਾਲਤ ਦੀ ਭਾਸ਼ਾ ਫਾਰਸੀ ਨਹੀਂ ਬੋਲਦਾ ਸੀ। ਇਸ ਲਈ ਕੇਸਾਂ ਦੀ ਸੁਣਵਾਈ ਦਾ ਕੰਮ ਕਰਨ ਲਈ ਦੋਵੇਂ ਵਿਦਵਾਨ ਸੀ ਜਿਹੜੇ ਉਹ ਨਿਯੁਕਤ ਕੀਤੇ ਗਏ। 8 ਸਾਲਾਂ ਬਾਅਦ ਇਬਨ ਬਤੂਤਾ ਰਾਜਨੀਤਿਕ ਸਾਜ਼ਿਸ਼ ਤੋਂ ਬਚਣ ਲਈ ਬਹੁਤ ਦਿਮਾਗ ਲਾ ਰਿਹਾ ਸੀ। ਬਾਦਸ਼ਾਹ ਜੀ ਨੂੰ ਉਸ ਨੂੰ ਚੀਨ ਵਿੱਚ ਇੱਕ ਰਾਜਦੂਤ ਵੱਲੋਂ ਭੇਜਣ ਦੀ ਵੀ ਗੱਲ ਆਖੀ ਕਿ ਉਸ ਨੂੰ ਰਾਜਦੂਤ ਬਣਾ ਕੇ ਭਾਰਤ ਵੱਲੋਂ ਚੀਨ ਵਿੱਚ ਨਿਯੁਕਤ ਕਰਨਾ ਚਾਹੁੰਦਾ। ਉਸ ਨੂੰ ਸਮਰਾਟ ਦੇ 100 ਗੁਲਾਮਾਂ ਤੇ ਅਤੇ ਕੱਪੜੇ ਤੇ ਤਲਵਾਰਾਂ ਤੇ ਪਿਛਲੇ ਤੋਹਫਿਆਂ ਦੇ ਬਦਲੇ ਉਸ ਨੂੰ ਲਾਲਚ ਦਿੱਤਾ ਗਿਆ ਕਿ ਉਸ ਨੂੰ ਚੀਨ ਦੇ ਵਿੱਚ ਰਾਜਦੂਤ ਆ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਜਾਵੇ। ਇਬਨ ਬਤੂਤਾ ਕਲਕੱਤੇ ਤੋਂ ਚੀਨੀ ਬਾਦਸ਼ਾਹ ਲਈ ਸਮਾਨ ਲੈ ਕੇ ਇੱਕ ਵੱਡੇ ਜਹਾਜ਼ ਵਿੱਚ ਵੀ ਸਵਾਰ ਹੁੰਦਾ ਹੈ। ਉਹ ਨਿੱਜੀ ਦਲਾਂ ਨਾਲ ਭਰਿਆ ਇੱਕ ਛੋਟਾ ਜਹਾਜ਼ ਲੈ ਕੇ ਰਵਾਨਾ ਹੋਇਆ ਸੀ। ਸਭ ਕੁਝ ਕੋਈ ਰਵਾਨਗੀ ਲਈ ਲੋਡ ਕੀਤਾ ਗਿਆ, ਪਰ ਇਬਨ ਬਤੂਤਾ ਨੇ ਸ਼ੁੱਕਰਵਾਰ ਦੀ ਨਮਾਜ਼ ਵਿੱਚ ਸ਼ਾਮਲ ਹੋਣ ਲਈ ਸ਼ਹਿਰ ਵਿੱਚ ਆਖਰੀ ਦਿਨ ਬਿਤਾਇਆ। ਉਸ ਸ਼ਾਮ ਇੱਕ ਤੂਫਾਨ ਆਇਆ ਤੇ ਤੋਹਫਿਆਂ ਵਾਲਾ ਜਹਾਜ਼ ਸੀ ਜਿਹੜਾ ਉਹ ਡੁੱਬ ਗਿਆ। ਇਸ ਤਰ੍ਹਾਂ ਇਬਨ ਬਤੂਤਾ ਦੀ ਜਿਹੜੀ ਯਾਤਰਾ ਸੀ ਉਹ ਜਾਰੀ ਰਹੀ। ਆਖਰਕਾਰ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਜਹਾਜ਼ ਸੁਮਾਤਰਾ ਵਿੱਚ ਇੱਕ ਗੈਰ ਮੁਸਲਿਮਿਕ ਸ਼ਾਸਕਾਂ ਦੁਆਰਾ ਵੀ ਜ਼ਬਤ ਕਰ ਲਿਆ ਗਿਆ। ਉਸ ਨੇ ਕਿਸੇ ਵੀ ਤਰ੍ਹਾਂ ਚੀਨ ਜਾਣ ਦਾ ਫੈਸਲਾ ਕੀਤਾ ਹੋਇਆ ਸੀ, ਪਰ ਭਾਰਤ ਦੇ ਤੱਟ ਤੋਂ 400 ਮੀਲ ਦੱਖਣ ਪੱਛਮ ਵਿੱਚ ਇੱਕ ਟਾਪੂ ਸਮੂਹ ਮਾਲਦੀਵ ਵਿੱਚ ਰਸਤੇ ਵਿੱਚ ਉਹ ਰੁਕ ਗਿਆ। ਮਾਲਦੀਵ ਵਿੱਚ ਇਬਨ ਬਤੂਤਾ ਨੇ ਆਮ ਨਾਲੋਂ ਵੱਧ ਔਰਤਾਂ ਦੀ ਸੰਗਤ ਦਾ ਆਨੰਦ ਮਾਣਿਆ ਸੀ। ਆਮ ਤੌਰ ਤੇ ਉਸ ਨੇ ਇੱਕ ਸਮੇਂ ਵਿੱਚ ਇੱਕ ਵਿਆਹ ਕੀਤਾ। ਜਦੋਂ ਅਗਲੀ ਯਾਤਰਾ ਤੇ ਚਲੇ ਗਏ ਤਾਂ ਉਸ ਨੂੰ ਤਲਾਕ ਦੇ ਦਿੱਤਾ। ਇਬਨ ਬਤੂਤਾ ਲਿਖਦਾ ਕਿ ਚੀਨ ਸੁੰਦਰ ਸੀ ਪਰ ਮੈਨੂੰ ਖੁਸ਼ ਨਹੀਂ ਸੀ। ਕਿਉਂ? ਇਸ ਦੇ ਉਲਟ ਮੈਂ ਸੋਚ ਕੇ ਬਹੁਤ ਦੁਖੀ ਹੁੰਦਾ ਸੀ ਕਿ ਜਿਸ ਤਰ੍ਹਾਂ ਇਸ ਦੇਸ਼ ਵਿੱਚ ਮੂਰਤੀਵਾਦ ਦਾ ਦਬਦਬਾ ਹੈ। ਜਦੋਂ ਮੈਂ ਆਪਣੀ ਰਿਹਾਇਸ਼ ਤੋਂ ਬਾਹਰ ਗਿਆ, ਮੈਂ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਗਲਤ ਚੀਜ਼ਾਂ ਦੇਖੀਆਂ, ਉਹ ਮੈਨੂੰ ਪਰੇਸ਼ਾਨ ਕਰਦੀਆਂ ਨੇ। ਮੈਂ ਜ਼ਿਆਦਾਤਰ ਸਮਾਂ ਘਰ ਵਿੱਚ ਦੇ ਅੰਦਰ ਹੀ ਰਹਿੰਦਾ ਹਾਂ, ਲੋੜ ਪੈਣ ਤੇ ਹੀ ਬਾਹਰ ਜਾਂਦਾ ਹਾਂ। ਚੀਨ ਵਿੱਚ ਮੇਰੇ ਠਹਿਰਨ ਦੌਰਾਨ ਜਦੋਂ ਵੀ ਕੋਈ ਕਿਸੇ ਮੁਸਲਮਾਨ ਨੂੰ ਦੇਖਿਆ ਤਾਂ ਮੈਨੂੰ ਹਮੇਸ਼ਾ ਇਹ ਅਜਿਹਾ ਮਹਿਸੂਸ ਹੁੰਦਾ ਸੀ ਜਿਵੇਂ ਮੈਂ ਆਪਣੇ ਪਰਿਵਾਰ ਦੇ ਨਜ਼ਦੀਕ ਰਿਸ਼ਤੇਦਾਰਾਂ ਨੂੰ ਮਿਲ ਰਿਹਾ ਹਾਂ। ਇਬਨ ਬਤੂਤਾ ਸਨ 1349 ਵਿੱਚ ਟੈਂਜੀਰ ਤੋਂ ਵਾਪਸ ਘਰ ਪਰਤਿਆ, ਜਿੱਥੇ ਉਸਨੇ ਆਪਣੀ ਮਾਂ ਦੀ ਕਬਰ ਦਾ ਦੌਰਾ ਕੀਤਾ, ਜੋ ਉਸ ਦੀ ਵਾਪਸੀ ਤੋਂ ਕੁਝ ਮਹੀਨੇ ਪਹਿਲਾਂ ਹੀ ਕਾਲੀ ਮੌਤ, ਜਿਹਨੂੰ ਪਲੇਗ ਕਿਹਾ ਜਾਂਦਾ, ਉਸ ਨਾਲ ਮਾਰੀ ਗਈ। ਉਸ ਦੀ ਵਾਪਸੀ ਦੇ ਦੌਰਾਨ ਉਸ ਨੂੰ ਦਮਿਸ਼ਕ ਵਿੱਚ ਪਤਾ ਲੱਗਾ ਕਿ ਉਸ ਦੇ ਪਿਤਾ ਦੀ ਮੌਤ 15 ਸਾਲ ਪਹਿਲਾਂ ਹੋ ਗਈ ਆ। ਇਬਨ ਬਤੂਤਾ ਉੱਤਰੀ ਅਫਰੀਕਾ, ਸਪੇਨ ਅਤੇ ਪੱਛਮੀ ਅਫਰੀਕਾ, ਮਾਲੀ ਦਾ ਦੌਰਾ ਕਰਨ ਲਈ ਰਵਾਨਾ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਟੈਂਗੀਰ ਵਿੱਚ ਰੁਕਿਆ ਸੀ। ਇਬਨ ਬਤੂਤਾ ਦੀ ਕਿਤਾਬ ਲਿਖਣ ਤੋਂ ਬਾਅਦ ਉਸ ਦੀ ਜੀਵਨ ਬਾਰੇ ਸਿਰਫ ਅਸੀਂ ਇੰਨਾ ਹੀ ਜਾਣਦੇ ਹਾਂ ਕਿ ਉਹ ਕਿਸੇ ਨਾ ਕਿਸੇ ਕਸਬੇ ਵਿੱਚ ਜੱਜ ਦਾ ਅਹੁਦਾ ਸੰਭਾਲਦਾ ਰਿਹਾ, ਕਿਉਂਕਿ ਉਹ ਅਜੇ 50 ਸਾਲਾਂ ਦਾ ਨਹੀਂ ਹੋਇਆ ਸੀ ਜਦੋਂ ਉਸਨੇ ਸਫ਼ਰ ਕਰਨਾ ਬੰਦ ਕਰ ਦਿੱਤਾ ਸੀ। ਇਸ ਲਈ ਮੰਨਿਆ ਜਾਂਦਾ ਕਿ ਉਸਨੇ ਦੁਬਾਰਾ ਵਿਆਹ ਕਰਾ ਲਿਆ। ਉਸਦੇ ਬੱਚੇ ਵੀ ਸਨ। ਉਸ ਦੀ ਮੌਤ 1368 ਜਾਂ 1369 ਵਿੱਚ ਹੋਈ ਲੱਗਦੀ ਹੈ। ਉਸ ਦੀ ਮੌਤ ਦਾ ਸਥਾਨ ਦਾ ਪਤਾ ਨਹੀਂ, ਨਾ ਹੀ ਉਸ ਦੀ ਕਬਰ ਦਾ ਸਥਾਨ ਦਾ ਕਿਸੇ ਨੂੰ ਪਤਾ ਹੈ। ਇਬਨ ਬਤੂਤਾ ਦੀ ਯਾਤਰਾ ਇੱਕ ਬਹੁਤ ਵੱਡੀ ਧਰਤੀ ਤੇ ਵਿਰਾਸਤ ਹੈ। ਕਿਉਂਕਿ ਇਬਨ ਬਤੂਤਾ ਜਿਹੜਾ ਸੀ ਉਹ ਪਹਾੜਾਂ ਨੂੰ, ਦਰਿਆਵਾਂ ਨੂੰ ਪਾਰ ਕਰਕੇ ਦੇਸ਼ ਬਦਰ ਦੇਸ਼ ਆ ਜਿਹੜਾ ਪਹੁੰਚਦਾ ਸੀ। ਉਸ ਬਾਰੇ ਇਸ ਡਾਕੂਮੈਂਟਰੀ ਵਿੱਚ ਥੋੜਾ ਜਿਹਾ ਵੀ ਦੱਸਣਾ ਬਹੁਤ ਵੱਡੀ ਗੱਲ ਹੈ। ਯੂਰਪੀ ਸੰਸਾਰ ਤੇ ਮਾਰਕੋ ਪੋਲੇ ਦੀਆਂ ਜਿਹੜੀਆਂ ਯਾਤਰਾ ਦੇ ਪ੍ਰਭਾਵ ਦੇ ਉਲਟ ਬਟੂਟਾ ਦੀਆਂ ਜਿਹੜੀਆਂ ਯਾਤਰਾ ਨੇ, ਬਰਤਾਂਤ ਦਾ 19ਵੀਂ ਸਦੀ ਤੱਕ ਬਹੁਤ ਕੁਛ ਆ ਜਿਹੜਾ ਪਤਾ ਲੱਗ ਗਿਆ ਸੀਗਾ। ਇਬਨ ਬਤੂਤਾ ਦਾ ਬਰਤਾਂਤ ਆ ਜਿਹੜਾ ਉਹ ਮਾਰਕੋ ਪੋਲੇ ਦੇ ਲੇਖ ਨਾਲ ਕਿਵੇਂ ਤੁਲਨਾ ਕਰਦਾ ਹੈ। ਹਰ ਯਾਤਰੀ ਆਪਣੀ ਬੁੱਧੀ ਨਾਲ ਕੁਛ ਨਾ ਕੁਛ ਆ ਜਿਹੜਾ ਜ਼ਰੂਰ ਸਿੱਖਦਾ ਹੈ ਤੇ ਉਸ ਬਾਰੇ ਅਨੁਭਵ ਬਾਰੇ ਜ਼ਰੂਰ ਲਿਖਦਾ ਹੈ।
ਇਬਨ ਬਤੂਤਾ ਦੁਨੀਆ ਦੇ ਲਈ ਇੱਕ ਰਹੱਸ ਵਰਗਾ ਇਨਸਾਨ ਹੈ। ਹਰ ਇਨਸਾਨ ਜਿਹਨੇ ਵੀ ਯਾਤਰਾ ਕੀਤੀ ਹੈ ਉਸਨੇ ਆਪਣੇ ਪਿੱਛੇ ਜਿਹੜੇ ਕਦਮ ਜ਼ਰੂਰ ਛੱਡੇ ਹਨ। ਫਿਰ ਵੀ ਬਹੁਤ ਸਾਰੇ ਅੰਤਰ ਹਨ। ਇਬਨ ਬਤੂਤਾ ਇੱਕ ਪੜ੍ਹਿਆ ਲਿਖਿਆ ਵਿਸ਼ਵ ਵਿਆਪੀ ਗ੍ਰੇਗੇਸੀਅਰ ਉੱਚ ਸ਼੍ਰੇਣੀ ਦਾ ਆਦਮੀ ਸੀ, ਜੋ ਇੱਕ ਜਾਣੇ ਪਛਾਣੇ ਮੁਸਲਮ ਸੱਭਿਆਚਾਰ ਵਿੱਚ ਯਾਤਰਾ ਕਰਦਾ ਸੀ। ਜਿੱਥੇ ਵੀ ਉਹ ਜਾਂਦਾ ਸੀ ਸਮਾਨ ਸੋਚ ਵਾਲੇ ਲੋਕਾਂ ਨੂੰ ਮਿਲਦਾ ਸੀ। ਪੋਲੋ ਇੱਕ ਵਪਾਰੀ ਸੀ, ਰਸਮੀ ਤੌਰ ਤੇ ਪੜ੍ਹਿਆ ਲਿਖਿਆ ਨਹੀਂ ਸੀ। ਅਜੀਬ ਅਣਜਾਣ ਸੱਭਿਆਚਾਰ ਦੀ ਯਾਤਰਾ ਕਰਦਾ ਸੀ, ਜਿੱਥੇ ਉਸਨੇ ਪਹਿਰਾਵੇ, ਬੋਲਣ ਤੇ ਵਿਵਹਾਰ ਦੇ ਜਿਹੜੇ ਤਰੀਕੇ ਸੀ ਸਿੱਖੇ। ਅਸੀਂ ਕਿੰਨੇ ਖੁਸ਼ਕਿਸਮਤ ਹਾਂ, ਅਸੀਂ 600 ਤੋਂ ਵੱਧ ਸਾਲ ਪਹਿਲਾਂ ਦੇ ਦੋ ਵਿਪਰੀਤ ਅੰਤਰ ਮਹਾਦੀਪੀ ਯਾਤਰੀਆਂ ਦੇ ਬਾਰੇ ਜਿਹੜੀ ਜਾਣਕਾਰੀ ਅੱਜ ਰੱਖਦੇ ਹਾਂ। ਉਹ ਇੱਕ ਐਸਾ ਇਨਸਾਨ ਸੀ ਜਿਹਨੇ ਇੰਨੀ ਲੰਬੀ ਯਾਤਰਾ ਕੀਤੀ ਆ ਕਿ ਪਤਾ ਨਹੀਂ ਕਿੰਨੇ ਕੁ ਵਿਸ਼ਵ ਰਿਕਾਰਡ ਬਣ ਜਾਣ। ਇਬਨ ਬਤੂਤਾ ਅੱਜ ਵੀ ਕਿਤੇ ਨਾ ਕਿਤੇ ਗੀਤਾਂ ਦੇ ਵਿੱਚ, ਕਿਤੇ ਨਾ ਕਿਤੇ ਕਹਾਣੀਆਂ ਦੇ ਵਿੱਚ, ਕਿਤੇ ਨਾ ਕਿਤੇ ਪਰੀ ਕਥਾਵਾਂ ਦੇ ਵਿੱਚ ਸਾਨੂੰ ਟੱਪਦਾ ਨੱਚਦਾ ਜ਼ਰੂਰ ਮਿਲ ਜਾਂਦਾ ਹੈ। ਵਾਕਈ ਇਬਨ ਬਤੂਤਾ ਇੱਕ ਚਮਤਕਾਰੀ ਇਨਸਾਨ ਸੀ। ਇਬਨ ਬਤੂਤਾ ਵਰਗੇ ਇਨਸਾਨ ਧਰਤੀ ਤੇ ਘੱਟ ਹੀ ਜੰਮਦੇ ਨੇ। ਸਾਨੂੰ ਆਸ ਆ ਕਿ ਜਿਹੜਾ ਇਹ ਕੰਟੈਂਟ ਆ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਕੋਸ਼ਿਸ਼ ਜਾਰੀ ਰਹੇਗੀ ਕਿ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਹੈ ਜਿਹੜੀ ਤੁਹਾਡੇ ਅੱਗੇ ਪੇਸ਼ ਕਰ ਸਕੀਏ। ਉਦੋਂ ਤੱਕ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ ਜੀ।